ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਹੈਲਥ ਦੇ ਰਿਲੇਟਡ ਇਸ ਸ਼ੋਅ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਅੱਜ ਕੱਲ ਕੋਵਿਡ-19 ਦਾ ਟੀਕਾ ਲਗਵਾਉਣਾ ਤੇ ਹੈਲਥ ਨੂੰ ਤੰਦਰੁਸਤ ਬਣਾਉਣਾ ਇਸ ਤੋਂ ਜ਼ਿਆਦਾ ਹੋਰ ਕੋਈ ਗੱਲ ਹੋ ਹੀ ਨਹੀਂ ਰਹੀ ਤੇ ਅੱਜ ਵੀ ਅਸੀਂ ਕੋਵਿਡ ਬਾਰੇ ਹੀ ਗੱਲ ਕਰਾਂਗੇ ਕਿਉਂਕਿ ਕੋਵਿਡ ਲਗਾਤਾਰ ਵੱਧਦਾ ਜਾ ਰਿਹਾ ਹੈ, ਵੇਰੀਐਂਟ ਵੱਧਦੇ ਜਾ ਰਹੇ ਆ। ਹਾਲਾਂਕਿ ਵੈਕਸੀਨੇਸ਼ਨ ਪ੍ਰੋਸੈਸ ਜਿਹੜਾ ਉਹ ਵੀ ਸਿਖਰਾਂ ਤੇ ਚੱਲ ਰਿਹਾ ਹੈ। ਹਰ ਦੇਸ਼ ਹਰ ਕੰਟਰੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਹਰ ਕਿਸੇ ਨੂੰ ਹਰ ਇੱਕ ਇਨਸਾਨ ਜੋ ਚਾਹੁੰਦਾ ਅਸੀਂ ਟੀਕਾ ਲਗਵਾਈਏ ਅਸੀਂ ਸੇਫ ਰਹੀਏ ਉਹਨੂੰ ਟੀਕਾ ਪ੍ਰੋਵਾਈਡ ਕੀਤਾ ਜਾਵੇ। ਸੋ ਹਰ ਕਿਸੇ ਨੂੰ ਜਿਹੜਾ ਟੀਕਾ ਲਾਉਣ ਦੇ ਪ੍ਰੋਸੈਸ ਦੇ ਵਿੱਚ ਬਹੁਤ ਸਾਰੀਆਂ ਵੈਕਸੀਨੇਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਅਪਰੂਵਲ ਮਿਲਦੀ ਜਾ ਰਹੀ ਹੈ ਤੇ ਨਾਲ ਹੁਣ 16 ਸਾਲ ਤੋਂ ਲੈ ਕੇ ਜ਼ਿਆਦਾ ਉਮਰ ਦੇ ਜਿਹੜੇ ਲੋਕ ਸੀਗੇ ਉਹਨਾਂ ਤੱਕ ਜੋ ਇਹ ਦਵਾਈਆਂ ਲਗਾਈਆਂ ਜਾ ਰਹੀਆਂ ਸੀ ਉਹਦੇ ਵਿੱਚ ਕੈਨੇਡਾ ਪਹਿਲਾ ਦੇਸ਼ ਬਣ ਗਿਆ ਜਿੱਥੇ ਹੈਲਥ ਕੈਨੇਡਾ ਨੇ ਇਹ ਮਨਜ਼ੂਰੀ ਦੇ ਦਿੱਤੀ ਹੈ ਕਿ ਫਾਈਜ਼ਰ ਦੀ ਡੋਜ਼ ਜਿਹੜੀ ਹੈ ਉਹ 12 ਸਾਲ ਤੋਂ ਉੱਤੇ ਦੇ ਬੱਚਿਆਂ ਨੂੰ ਵੀ ਲੱਗ ਸਕਦੀ ਹੈ। ਨਾਲ ਹੁਣ ਇਹਦੇ ਵਿੱਚ ਬਹੁਤ ਸਾਰੇ ਲੋਕ ਐਸਟਰਾਜੈਨਕਾ ਨੂੰ ਲੈ ਕੇ ਕਨਫਿਊਜ਼ਨ ਦੇ ਵਿੱਚ ਨੇ ਕਿ ਐਸਟਰਾਜੈਨਕਾ ਦੇ ਨਾਲ ਹੁਣ 3 ਮਾਮਲੇ ਕੈਨੇਡਾ ਦੇ ਵਿੱਚ ਰਿਪੋਰਟ ਹੋਏ ਨੇ। ਕੱਲ ਅਲਬਰਟਾ ਦੇ ਵਿੱਚ ਇੱਕ ਮਾਮਲਾ ਰਿਪੋਰਟ ਹੋਇਆ, ਨਿਊ ਬ੍ਰੰਸਵਿਕ ਦੇ ਵਿੱਚ ਮਾਮਲਾ ਰਿਪੋਰਟ ਹੋਇਆ ਤੇ ਅਸੀਂ ਥੋੜੇ ਜਿਹੇ ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਕੁਬੈਕ ਦੇ ਵਿੱਚ ਵੀ ਇੱਕ ਮਹਿਲਾ ਦੇ ਜੋ ਹੈ ਕਲੌਟ ਬਣਨ ਦੇ ਕਾਰਨ ਮੌਤ ਹੋ ਗਈ ਸੀ। ਸੋ ਹੁਣ 3 ਰਿਪੋਰਟਾਂ ਹੋ ਗਈਆਂ ਨੇ ਤੇ ਉਸ ਤੋਂ ਬਾਅਦ ਲੋਕ ਵੀ ਕਹਿ ਰਹੇ ਨੇ ਤੇ ਨਾਲ ਹੈਲਥ ਕੈਨੇਡਾ ਤੇ ਨਾਸੀ NACI ਇਹ ਕੰਪਨੀ ਦੇ ਵਿੱਚ ਵੀ ਥੋੜਾ ਜਿਹਾ ਬਿਆਨਾਂ ਨੂੰ ਲੈ ਕੇ ਲੋਕ ਕਨਫਿਊਜ਼ਨ ਦੇ ਵਿੱਚ ਨੇ ਕਿ ਜਿਨ੍ਹਾਂ ਜਿਹੜੇ ਵੇਟ ਕਰ ਸਕਦੇ ਨੇ ਉਹ ਵੇਟ ਕਰ ਸਕਣ mRNA ਦੀ ਵੈਕਸੀਨ ਲਗਵਾਉਣ ਦੇ ਲਈ। ਹੁਣ ਕੀ ਇਹ ਪੂਰੀ ਖਬਰ ਹੈ ਇਸ ਬਾਰੇ ਵੀ ਗੱਲਬਾਤ ਕਰਾਂਗੇ। ਪੂਰੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਵੈਕਸੀਨੇਸ਼ਨ ਇੱਕ ਵਾਰ ਲੱਗ ਕੇ ਦੂਜੀ ਵਾਰ ਲੱਗ ਕੇ ਫੁੱਲੀ ਇਮਿਊਨ ਹੋ ਕੇ ਕੀ ਸਾਨੂੰ ਤੀਜੀ ਵੈਕਸੀਨ ਦੀ ਲੋੜ ਪੈਣੀ ਹੈ, ਆਉਣ ਵਾਲੇ ਸਾਲਾਂ ਦੇ ਵਿੱਚ ਕੀ ਹੋਣਾ ਇਸ ਬਾਰੇ ਕਿਸੇ ਨੂੰ ਨਹੀਂ ਪਤਾ। ਪਰ ਉਸ ਤੋਂ ਬਾਅਦ ਅਸੀਂ ਕੋਵਿਡ ਇਫੈਕਟਿਵ ਹੋ ਸਕਦੇ ਹਾਂ ਜਾਂ ਨਹੀਂ ਹੋ ਸਕਦੇ ਇਸ ਬਾਰੇ ਵੀ ਗੱਲ ਕਰਾਂਗੇ। ਭਾਰਤ ਦੇ ਵਿੱਚ ਵੀ ਬਹੁਤ ਸਾਰੇ ਕੇਸ ਵੱਧ ਰਹੇ ਨੇ ਉਸ ਬਾਰੇ ਗੱਲ ਕਰਾਂਗੇ ਤੇ ਗੱਲਬਾਤ ਕਰਾਂਗੇ ਅੱਜ ਮਿਸਟਰ ਪ੍ਰਗਟ ਸਿੰਘ ਭੁਰਜੀ ਦੇ ਨਾਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਅਰਸ਼ ਜੀ ਤੇ ਸਾਰੇ ਹੀ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਹੁਣ ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਵੈਕਸੀਨੇਸ਼ਨ ਲੱਗ ਰਿਹਾ ਹੈ, ਬਹੁਤ ਸਾਰੇ ਲੋਕਾਂ ਨੂੰ ਦੋਨੇ ਡੋਜ਼ਸ ਫੁੱਲੀ ਵੈਕਸੀਨੇਟ ਹੈਗੇ ਨੇ। ਪਹਿਲਾਂ ਤਾਂ ਇਹ ਦੱਸੋ ਕਿ ਪੂਰੀ ਸਥਿਤੀ ਕੀ ਹੈ ਪੂਰੀ ਦੁਨੀਆ ਦੇ ਵਿੱਚ ਬਣੀ ਹੋਈ? ਕੈਨੇਡਾ ਦੀ ਸਥਿਤੀ ਚੰਗੀ ਆ, BC ਦੀ ਸਥਿਤੀ ਹੋਰ ਚੰਗੀ ਆ। ਕਰੀਬਨ ਅਸੀਂ 45% ਬ੍ਰਿਟਿਸ਼ ਕੋਲੰਬੀਆ ਨੂੰ ਟੀਕੇ ਲੱਗ ਚੁੱਕੇ, ਐਟਲੀਸਟ ਇੱਕ ਡੋਜ਼। ਬਹੁਤ ਸਾਰਿਆਂ ਨੂੰ 2 ਡੋਜ਼ ਵੀ ਲੱਗੇ, ਖਾਸ ਕਰਕੇ ਜਿਹੜੇ ਰੈਜ਼ੀਡੈਂਸ਼ੀਅਲ ਕੇਅਰ ਹੋਮ, ਜਿਹੜੇ ਡਾਕਟਰ ICU ਜਾਂ ਹਸਪਤਾਲਾਂ 'ਚ ਕੰਮ ਕਰਦੇ ਸੀ। ਹੁਣ ਜਿਹੜਾ ਸਾਡਾ ਟਾਰਗੇਟ ਇਹ ਹੈਗਾ ਵੀ ਕਰੀਬਨ ਜੂਨ ਦੇ ਮਿਡਲ ਤੱਕ 70% ਜਿਹੜੇ ਬ੍ਰਿਟਿਸ਼ ਕੋਲੰਬੀਅਨ ਆ ਉਹਨਾਂ ਨੂੰ ਇੱਕ ਡੋਜ਼ ਐਟਲੀਸਟ ਲੱਗ ਜਾਏ। ਸੋ ਕਰੀਬਨ 1.94 ਮਿਲੀਅਨ ਡੋਜ਼ਸ ਤਾਂ BC 'ਚ ਲੱਗ ਚੁੱਕੇ ਆ। ਓਵਰਆਲ ਕੈਨੇਡਾ 'ਚ 35% ਲੋਕਾਂ ਨੂੰ ਪਹਿਲਾ ਡੋਜ਼ ਲੱਗ ਚੁੱਕਿਆ ਔਰ ਸਾਡੇ ਕੋਲ 4 ਟੀਕੇ ਹੈਗੇ ਆ। 2 ਹੈਗੇ ਆ mRNA ਦੇ ਜਿਹੜੇ ਫਾਈਜ਼ਰ ਔਰ ਮੋਡਰਨਾ ਔਰ 2 ਵਾਇਰਲ ਵੈਕਟਰ ਜਿਹੜੇ ਐਸਟਰਾਜ਼ੈਨੇਕਾ ਔਰ ਜੌਨਸਨ ਐਂਡ ਜੌਨਸਨ ਅਜੇ ਆਇਆ ਨਹੀਂ ਹੈਗਾ ਲੇਕਿਨ ਉਹਨੂੰ ਮਾਨਤਾ ਤੇ ਦੇ ਚੁੱਕੀ ਹੈ ਹੈਲਥ ਕੈਨੇਡਾ। ਔਰ ਇਹ ਸਾਰੇ ਟੀਕੇ ਤੁਹਾਨੂੰ ਕੋਵਿਡ ਤੋਂ ਬਚਾਉਂਦੇ ਆ, ਹਸਪੀਟਲਾਈਜੇਸ਼ਨ ਤੋਂ ਬਚਾਉਂਦੇ ਆ। ਹੁਣ ਜਦੋਂ ਸਮਝੋ ਆਪਾਂ ਸੌਕਰ ਦੀ ਗੇਮ ਖੇਡਣੀ ਆ, ਫੁੱਟਬਾਲ ਜਿਹਨੂੰ ਆਪਾਂ ਕਹਿੰਦੇ ਆ, ਤਾਂ ਕਿਸੇ ਨੇ ਨਾਈਕੀ ਦੇ ਸ਼ੂ ਪਾਏ, ਕਿਸੇ ਨੇ ਰੀਬੌਕ ਦੇ ਪਾਏ, ਕਿਸੇ ਨੇ ਐਡੀਡਾਸ ਦੇ ਪਾਏ ਆ, ਉਹਦੇ ਵਿੱਚ ਫਰਕ ਨਹੀਂ ਹੁੰਦਾ। ਸਾਰੇ ਕੰਮ ਕਰਦੇ ਆ, ਸਾਰੇ ਫੁੱਟਬਾਲ ਨੂੰ ਕਿੱਕ ਕਰ ਸਕਦੇ ਆ, ਸਾਰੇ ਦੌੜ ਦੇ ਤੁਹਾਡੀ ਸਹਾਇਤਾ ਕਰ ਸਕਦੇ ਆ। ਤਾਂ ਸਾਰੇ ਟੀਕੇ ਜਿਹੜੇ ਹੈਗੇ ਆ ਇਹ ਹੈਲਥ ਕੈਨੇਡਾ ਨੇ ਤਾਂ ਹੀ ਮਨਜ਼ੂਰੀ ਦਿੱਤੀ ਸੀ ਕਿਉਂਕਿ ਇਹ ਇਫੈਕਟਿਵ ਹੈਗੇ ਕੋਵਿਡ ਦੀ ਮਹਾਮਾਰੀ ਨੂੰ ਠੀਕ ਕਰਨ ਦੇ ਵਿੱਚ। ਵੱਖ-ਵੱਖ ਟੀਕੇ ਦਿੱਤੇ ਜਾ ਰਹੇ ਨੇ, ਹਰ ਕੋਈ ਇਫੈਕਟਿਵ ਦੱਸਿਆ ਜਾ ਰਿਹਾ ਪਰ ਇੱਕ ਕਨਫਿਊਜ਼ਨ ਅਜੇ ਵੀ ਬਣੀ ਹੋਈ ਹੈ ਕਿਉਂਕਿ ਐਸਟਰਾਜੈਨਕਾ ਨੂੰ ਲੈ ਕੇ ਜਦੋਂ ਕਲੌਟ ਦਾ ਮਾਮਲਾ ਆਉਂਦਾ ਤਾਂ ਹਰ ਕੋਈ ਡਰਿਆ ਹੋਇਆ ਕਿ ਅਸੀਂ ਕਲੌਟ ਜੇ ਬਣ ਗਏ ਤਾਂ ਕੀ ਹੋਊਗਾ ਕਿਉਂਕਿ ਕਲੌਟ ਦੇ ਲੋ ਪੇਸ਼ੈਂਟ ਜਿਹੜੇ ਨੇ ਠੀਕ ਵੀ ਹੋ ਰਹੇ ਨੇ ਜੇ ਕਿਸੇ ਦੇ ਬਣਦੇ ਵੀ ਨੇ। ਕਿਉਂਕਿ ਅਸੀਂ UK ਦੇ ਵਿੱਚ ਦੇਖਿਆ ਆ, ਅਸੀਂ ਇੱਥੇ ਦੇਖਿਆ ਆ, ਬਹੁਤ ਸਾਰੇ ਲੋਕਾਂ ਦੇ ਮਿਲੀਅਨਸ ਲੋਕਾਂ ਦੇ ਟੀਕੇ ਲੱਗੇ ਨੇ ਤੇ ਅਸੀਂ ਹਰ ਪ੍ਰੋਗਰਾਮ ਦੇ ਵਿੱਚ ਇਹ ਵੀ ਗੱਲ ਕਰਦੇ ਹਾਂ ਕਿ ਮਿਲੀਅਨਸ ਦੇ ਵਿੱਚੋਂ 1 ਜਾਂ 4 ਕੇਸ ਜਿਹੜੇ ਰਿਪੋਰਟ ਹੋਣੇ ਕੋਈ ਵੱਡੀ ਗੱਲ ਨਹੀਂ, ਉਹ ਕਿਸੇ ਵੀ ਇੰਜੈਕਸ਼ਨ ਦੇ ਨਾਲ ਕਿਸੇ ਵੀ ਵੈਕਸੀਨ ਦੇ ਨਾਲ ਆ ਸਕਦੇ ਆ। ਪਰ ਐਸਟਰਾਜੈਨਕਾ ਨੂੰ ਲੈ ਕੇ ਡਰ ਦਾ ਮਾਹੌਲ ਕੁਝ ਜ਼ਿਆਦਾ ਹੀ ਬਣਿਆ ਕਿਉਂਕਿ ਕੱਲ ਵੀ ਅਲਬਰਟਾ ਦੇ ਵਿੱਚ ਇੱਕ ਡੈਥ ਹੋਈ ਹੈ, ਨਿਊ ਬ੍ਰੰਸਵਿਕ ਦੇ ਵਿੱਚ ਇੱਕ ਡੈਥ ਹੋਈ ਹੈ, ਕਿਊਬੈਕ ਦੇ ਵਿੱਚ ਅਸੀਂ ਪਹਿਲੀ ਡੈਥ ਰਿਪੋਰਟ ਕੀਤੀ ਸੀ ਕੈਨੇਡਾ ਦੇ ਵਿੱਚ। ਤੇ ਨਾਲ ਜਦੋਂ ਸਾਡੀਆਂ ਹੈਲਥ ਕੈਨੇਡਾ ਐਡਵਾਈਜ਼ਰੀ ਹੈ, ਨਾਸੀ ਹੈ, NACI, ਉਹ ਜਦੋਂ ਸਾਨੂੰ ਬਿਆਨ ਦਿੰਦੀਆਂ ਨੇ, ਸਾਨੂੰ ਦੱਸਦੀਆਂ ਨੇ ਕਿ ਕੀ ਕੁਝ ਹੋ ਸਕਦਾ ਹੈ ਇਸ ਇਮਿਊਨਾਈਜੇਸ਼ਨ ਨੂੰ ਲੈ ਕੇ। ਸੋ ਉਹਦੇ ਵਿੱਚ ਕਿਹਾ ਗਿਆ ਕਿ ਜੇ ਤੁਸੀਂ ਵੇਟ ਕਰ ਸਕਦੇ ਆ ਤਾਂ mRNA ਵੈਕਸੀਨ ਆ ਉਹ ਪ੍ਰਾਇੋਰਟੀ ਬੇਸ ਤੇ ਤੁਸੀਂ ਲੈ ਸਕਦੇ ਆ। ਇਹ ਸਭ ਦੇ ਬਾਰੇ ਕੀ ਕਹੋਗੇ ਤੁਸੀਂ? ਦੇਖੋ 2 ਗੱਲਾਂ ਹੈਗੀਆਂ, ਇੱਕ ਤੇ ਜਿਹੜੀ ਨੈਸ਼ਨਲ ਐਡਵਾਈਜ਼ਰ ਕਮੇਟੀ ਔਨ ਇਮਿਊਨਾਈਜੇਸ਼ਨ ਜੀ, ਇੱਕ ਹੋਰ ਸਾਇੰਟਿਸਟ ਤੇ ਡਾਕਟਰਾਂ ਦੀ ਬੋਡੀ ਆ ਜਿਨ੍ਹਾਂ ਦਾ ਕੋਈ ਪੋਲੀਟੀਕਲ ਮੈਨੀਫੈਸਟੋ ਨਹੀਂ ਆ, ਨਾ ਉਹਨਾਂ ਦਾ ਐਫੀਲੀਏਸ਼ਨ ਹੈਗਾ।
ਹੁਣ ਇੱਕ ਤੁਸੀਂ ਹੁਣੇ ਖਬਰ ਸਾਂਝੀ ਕੀਤੀ ਆ ਵੀ ਬਹੁਤ ਸਾਰੇ ਲੋਕਾਂ ਦੇ ਕਲੌਟ ਹੋਏ ਆ, ਕੁਝ ਲੋਕਾਂ ਦੀ ਮੌਤ ਹੋਈ ਆ, ਦੁਰਭਾਗਵਸ਼ ਹੋਈ ਆ, ਲੇਕਿਨ ਹੋਈ ਆ। ਭਾਵੇਂ ਕਿਊਬੈਕ 'ਚ ਆ, ਨਿਊ ਬਰੰਸਵਿਕ 'ਚ, ਅਲਬਰਟਾ 'ਚ ਆ, ਬ੍ਰਿਟਿਸ਼ ਕੋਲੰਬੀਆ 'ਚ ਅਜੇ ਕੋਈ ਇਹੋ ਜਿਹੀ ਡੈਥ ਰਿਪੋਰਟ ਨਹੀਂ ਹੋਈ, ਔਰ ਉਧਰ ਦੂਜੇ ਸੂਬਿਆਂ 'ਚ ਵੀ ਨਹੀਂ ਹੋਈ। ਹੁਣ ਗੱਲ ਇਹ ਹੈਗੀ ਹੈ ਵੀ ਅਗਰ ਆਪਾਂ ਦੇਖੀਏ, ਅਗਰ ਤੁਹਾਡੇ ਕੋਲ ਚੋਇਸਿਸ ਹੈਗੀਆਂ ਔਰ ਤੁਹਾਡਾ ਰਿਸਕ ਇੰਨਾ ਹਾਈ ਨਹੀਂ ਹੈਗਾ, ਉਹੀ ਜਿਹੜੀ ਹੈਗੀ ਆ ਨਾਸੀ ਕਹਿ ਰਹੀ ਸੀ, ਬਟ ਉਹਦੇ ਨਾਲ ਥੋੜਾ ਕਨਫਿਊਜ਼ਿੰਗ ਮੈਸੇਜ ਆਉਂਦਾ ਸੀ ਵੀ ਬਹੁਤ ਸਾਰੇ ਲੋਕੀ ਆ ਉਹ ਜਿਹੜੇ ਐਸਟਰਾਜ਼ੈਨੇਕਾ ਤੋਂ ਬਿਲਕੁਲ ਲਾਉਣਾ ਚਾਹੁੰਦੇ ਸੀ, ਉਹ ਵੀ ਹੁਣ ਗੁਰੇਜ਼ ਕਰ ਰਹੇ ਵੀ ਅਸੀਂ ਨਹੀਂ ਲਾਉਣਾ। ਹੁਣ ਜਿਹੜੀ ਹੈਲਥ ਕੈਨੇਡਾ ਉਹ ਇਹ ਕਹਿ ਰਹੀ ਹੈ ਵੀ ਸਾਰੇ ਜਿਹੜੇ ਵੈਕਸੀਨ ਆ ਗੁੱਡ ਆ, ਸੇਫ ਆ। ਹਾਂ, ਅਸੀਂ ਮੰਨਦੇ ਆ ਰੇਅਰਲੀ ਇਹ ਪ੍ਰੋਬਲਮ ਆ ਸਕਦੀ ਆ, ਲੇਕਿਨ ਉਹਨੂੰ ਦੂਰ ਕਰਨ ਵਾਸਤੇ ਦੇਖੋ ਸਾਡੇ ਪ੍ਰਧਾਨ ਮੰਤਰੀ ਨੇ ਐਸਟਰਾਜ਼ੈਨੇਕਾ ਲਾਇਆ, ਸਾਡੇ BC ਦੇ ਜਿਹੜੇ ਪ੍ਰੀਮੀਅਰ ਆ ਆਨਰੇਬਲ ਜੌਨ ਹੌਰਗਨ ਸਾਹਿਬ, ਉਹਨਾਂ ਨੇ ਐਸਟਰਾਜ਼ੈਨੇਕਾ ਦਾ ਲਾਇਆ। ਸੋ ਇਹਦੇ ਵਿੱਚ ਇਹ ਹੈਗਾ ਵੀ ਆਪਾਂ ਕਿਉਂ ਚਾਹੁੰਦੇ ਆ ਵੀ ਸਾਰਿਆਂ ਨੂੰ ਫਟਾਫਟ ਟੀਕੇ ਲੱਗਣ, ਕਿਉਂਕਿ ਕੋਵਿਡ ਦੇ ਜਿਹੜੇ ਕੇਸਿਸ ਆ ਅਜੇ ਵੀ ਹਸਪੀਟਲ 'ਚ ਘਟ ਨਹੀਂ ਰਹੇ ਜੀ। ਅਜੇ ਤਕਰੀਬਨ 480 ਕੇਸਿਸ ਕੋਵਿਡ ਦੇ ਹਸਪੀਟਲ 'ਚ, 101 ICU 'ਚ ਆ ਜੀ। ਸੋ ਇਹ ਵੀ ਇਹਦੀ ਮਾਰ ਬਹੁਤ ਜ਼ਿਆਦਾ ਹੈਗੀ ਆ, ਔਰ ਅਸੀਂ ਇਹਦੇ ਉੱਤੇ ਤਾਂ ਹੀ ਕੰਟਰੋਲ ਕਰ ਪਾਵਾਂਗੇ ਅਗਰ ਸਾਰੇ ਅਸੀਂ ਟੀਕਾਕਰਨ ਕਰੀਏ। ਔਰ ਮੈਂ ਤੇ ਚਾਹੁੰਦਾ ਵੀ ਸਾਰੇ ਟੀਕੇ ਜਿਹੜੇ ਹੈਗੇ ਆ ਹੈਲਥ ਕੈਨੇਡਾ ਤਾਂ ਹੀ ਮਨਜ਼ੂਰੀ ਦਿੰਦੀ ਹੈ। ਦੇਖੋ ਹਰ ਇੱਕ ਚੀਜ਼ ਆਪਾਂ ਬੋਡੀ 'ਚ ਪਾਉਂਦੇ ਆ, ਮੂਹਰਾ ਪਾਉਂਦੇ ਆ, ਟੀਕਰਾ ਪਾਉਂਦੇ ਆ, ਥੋੜਾ ਬਹੁਤ ਉਹਦੇ ਸਾਈਡ ਇਫੈਕਟ ਹੋ ਸਕਦੇ, ਰਿਸਕ ਹੋ ਸਕਦੇ, ਲੇਕਿਨ ਉਹਦਾ ਬੈਨੀਫਿਟ ਜਿਹੜਾ ਹੈਗਾ ਉਹ ਮਚ ਬੈਟਰ ਹੈਗਾ। ਸੋ ਇਸ ਲਈ ਅਗਰ ਆਪਾਂ 1.25 ਬਿਲੀਅਨ ਡੋਜ਼ ਜਿਹੜੇ ਸੰਸਾਰ 'ਚ ਲੱਗੇ ਵੈਕਸੀਨ ਦੇ, ਪੂਰੇ ਹੋਰ ਕੰਟਰੀਆਂ 'ਚ ਵੀ ਤੇ ਲੱਗ ਰਿਹਾ, ਉਹਦੇ ਵਿੱਚ ਆਲਮੋਸਟ 50% ਜਿਹੜੇ ਐਸਟਰਾਜ਼ੈਨੇਕਾ ਦੇ ਆ। ਸੋ ਇਸ ਲਈ ਅਜੇ ਵੀ ਸਾਰੇ ਪਾਸੇ ਐਸਟਰਾਜ਼ੈਨੇਕਾ ਲੱਗ ਰਿਹਾ। ਸਾਨੂੰ ਵੀ ਵੱਡੀ ਸ਼ਿਪਮੈਂਟ ਮਿਲ ਰਹੀ ਆ ਐਂਡ ਆਫ ਦਿਸ ਮੰਥ ਐਸਟਰਾਜ਼ੈਨੇਕਾ ਦੀ। ਸੋ BC 'ਚ 2,70,000 ਫਾਈਜ਼ਰ ਦੇ ਸਾਨੂੰ ਟੀਕੇ ਮਿਲ ਰਹੇ ਹਰ ਹਫਤੇ ਇਸ ਮਹੀਨੇ ਵਾਸਤੇ, ਔਰ ਐਸਟਰਾਜ਼ੈਨੇਕਾ ਵੀ ਆਊਗਾ। ਜੌਨਸਨ ਐਂਡ ਜੌਨਸਨ ਵੀ ਵਾਇਰਲ ਵੈਕਟਰ ਆ ਐਸਟਰਾਜ਼ੈਨੇਕਾ ਵਰਗਾ, ਲੇਕਿਨ ਉਹ ਇੱਕ ਡੋਜ਼ ਦੇ ਨਾਲ ਕੰਮ ਸਰ ਜਾਊਗਾ, ਦੋ ਦੀ ਲੋੜ ਨਹੀਂ ਆ ਜੀ। ਫਾਈਜ਼ਰ ਵਾਲਿਆਂ ਨੇ ਕਿਹਾ ਸੀ ਕੁਝ ਹਫਤੇ ਪਹਿਲਾਂ ਵੀ 2 ਡੋਜ਼ ਤੇ ਤੁਸੀਂ ਲਾ ਲਓ, ਹੁਣ ਫਿਰ ਅਗਲੇ ਸਿਆਲਾਂ 'ਚ ਸ਼ਾਇਦ ਇੱਕ ਹੋਰ ਡੋਜ਼ ਲੱਗੂਗਾ, ਮਿਸ ਸਾਲ ਦੇ ਵਿੱਚ। ਸਾਨੂੰ ਏਦਾਂ ਲੱਗਦਾ ਵੀ ਜਦੋਂ ਆਪਾਂ ਫਲੂ ਸ਼ਾਟ ਲਾਉਂਦੇ ਹਾਂ, ਸ਼ਾਇਦ ਸਾਨੂੰ ਕੋਵਿਡ ਦਾ ਸ਼ਾਟ ਕੁਝ ਸਾਲਾਂ ਵਾਸਤੇ ਲਾਉਣਾ ਪਵੇ। ਇਸ ਲਈ ਅਨੀਤਾ ਆਨੰਦ ਜੀ ਨੇ 2022, 2023, 2024 ਵਾਸਤੇ ਵੀ ਫਾਈਜ਼ਰ ਦੇ ਨਾਲ ਕੰਟੈਕਟ ਕੀਤਾ ਹੋਇਆ। ਡਾਕਟਰ ਸਾਹਿਬ, ਜਿੱਦਾਂ ਹੁਣ ਅਸੀਂ ਪਹਿਲੀ ਡੋਜ਼ ਲਗਵਾਈ ਕਿਸੇ ਨੇ ਤਾਂ ਉਹਨੂੰ ਦੂਜੀ ਡੋਜ਼ ਵੀ ਉਸੇ ਦੀ ਸ਼ਾਇਦ ਇਹੀ ਲਗਾਈ ਜਾਏਗੀ। ਜੇ ਫਾਈਜ਼ਰ ਮਿਲੀ ਹੈ ਤਾਂ ਫਾਈਜ਼ਰ ਹੀ ਲਗਾਈ ਜਾਵੇਗੀ। ਕੀ ਜੇ ਤੀਜੀ ਡੋਜ਼ ਮਿਲਦੀ ਹੈ ਜਾਂ ਚੌਥੀ ਡੋਜ਼ ਮਿਲਦੀ ਹੈ ਜਾਂ ਸਾਨੂੰ ਈਅਰਲੀ ਡੋਜ਼ ਮੰਗਵਾਉਣੀ ਪੈਂਦੀ ਹੈ, ਸੋ ਉਹ ਵੀ ਸੇਮ ਵੈਕਸੀਨ ਦੀ ਲਗਾਈ ਜਾਏਗੀ ਜਾਂ ਕੋਈ ਵੀ ਲਗਾ ਸਕਦੇ ਆ? ਸੇਮ ਵੈਕਸੀਨ ਦੀ ਆਪਾਂ ਚਾਹੁੰਦੇ ਆ ਵੀ ਜਿਹੜਾ ਹੈਗਾ ਨਾ, ਹੁਣ ਦੇਖੋ ਅਗਰ ਤੁਸੀਂ ਦਵਾਈ ਲੈ ਰਹੇ ਹੋ ਕੋਈ ਲੈਟਸ ਸੇ ਥਾਇਰੋਇਡ ਦੀ ਸਿੰਥਰੋਇਡ, तो ਆਪਾਂ ਉਹੀ ਚਾਹੁੰਦੇ ਆ ਵੀ ਉਹੀ ਦਈਏ, ਕਿਉਂਕਿ ਬੋਡੀ ਜਿਹੜੀ ਹੈਗੀ ਆ ਉਹ तो इसलिए ਜਿਹੜੇ ਮੋਡਰਨਾ ਔਰ ਫਾਈਜ਼ਰ ਆ ਉਹਨਾਂ ਦੀ ਟੈਕਨੋਲੋਜੀ ਤੇ ਸੇਮ ਆ ਜਿਹੜੀ ਮੈਸੇਂਜਰ RNA ਦੀ ਹੈ। ਐਸਟਰਾਜ਼ੈਨੇਕਾ ਔਰ ਜੌਨਸਨ ਜੌਨਸਨ ਉਹ ਵਾਇਰਲ ਵੈਕਟਰ ਆ, ਇੱਕ ਐਡੀਨੋ ਵਾਇਰਸ ਆ, ਉਹਨੂੰ ਚੇਂਜ ਕਰਕੇ ਉਹਨਾਂ ਨੇ ਸਪਾਈਕ ਪ੍ਰੋਟੀਨ ਤੋਂ ਐਂਟੀਬਾਡੀਜ਼ ਬਣਾ। ਹੁਣ ਇੱਕ ਪ੍ਰੋਬਲਮ ਹੁੰਦਾ ਵੀ ਇੱਕ ਇਨਸਾਨ ਨੇ ਐਸਟਰਾਜ਼ੈਨੇਕਾ ਲਾ ਲਿਆ, ਹੁਣ ਉਹਨੂੰ ਕੋਈ ਜ਼ਿਆਦਾ ਟਰਬਲ ਨਹੀਂ ਆਈ, ਲੇਕਿਨ ਉਹਦਾ ਵਿਸ਼ਵਾਸ ਜਿਹੜਾ ਹੈਗਾ ਐਸਟਰਾਜ਼ੈਨੇਕਾ 'ਚ, ਉਹ ਕਹਿੰਦਾ ਵੀ ਮੈਂ ਦੂਜਾ ਡੋਜ਼ ਨਹੀਂ ਲੈ ਸਕਦਾ। ਹੁਣ ਕੀ ਕਰੋਗੇ? ਇਹ ਕੁਐਸਚਨ ਸਾਨੂੰ ਰੋਜ਼ ਹੁੰਦਾ। ਹੁਣ ਇਹਦੇ ਵਿੱਚ ਇਹ ਵੱਡੀ ਗੱਲ ਇਹ ਹੈ ਕਿ ਵੀ ਉਹ ਕਰਨੀ ਪਏਗੀ, ਸਮਝਾਉਣਾ ਪਊਗਾ ਕਿ ਪਹਿਲੀ ਡੋਜ਼ ਨਾਲ ਚਾਂਸਸ ਹੈ ਵੀ ਨਹੀਂ ਹੋਣਗੇ, ਲੇਕਿਨ ਅਗਰ ਫਿਰ ਵੀ ਉਹ ਵਿਅਕਤੀ ਨਾ ਮੰਨੇ, 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਮੇਰੇ ਜੋ ਹੈ ਨਾ ਸਾਰਿਆਂ ਉਹਨੂੰ, ਤੇ ਇਹਦੇ ਉੱਤੇ ਰਿਸਰਚ ਆ ਰਹੀ ਹੈ ਤੋਂ, ਉਹ ਦੱਸ ਰਹੀ ਹੈ ਵੀ ਸ਼ਾਇਦ ਉਹਨਾਂ ਨੂੰ ਫਾਇਦਾ ਲਾਇਆ ਜਾਏ, ਲੇਕਿਨ ਰਿਸਰਚ ਅਜੇ ਪਬਲਿਸ਼ ਨਹੀਂ ਹੋਈ, ਤਾਂ ਸਾਹਮਣੇ ਜਦੋਂ ਆਏਗੀ ਅਸੀਂ ਜੀ। ਡਾਕਟਰ ਸਾਹਿਬ, ਜਿੱਦਾਂ ਹੁਣ ਤੁਸੀਂ ਇਹ ਗੱਲ ਕੀਤੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਨੇ ਉਹ ਵੈਕਸੀਨ ਉਹ ਲਗਾਏ ਜਾ ਰਹੇ ਨੇ, ਡੇਟਾ ਦੇਖਿਆ ਜਾ ਰਿਹਾ, ਸਾਇੰਸ ਬੇਸਡ ਜਿਹੜਾ ਡੇਟਾ ਦੇਖ ਕੇ ਫਿਰ ਹੀ ਸਾਡੇ ਤੱਕ ਜਿਹੜੀ ਇਹ ਵੈਕਸੀਨ ਭੇਜੀ ਜਾ ਰਹੀ ਹੈ। ਹੁਣ 16 ਸਾਲ ਤੋਂ ਉੱਤੇ ਲੋਕਾਂ ਦੇ ਲੱਗ ਰਹੀ ਸੀ ਤੇ ਹੁਣ 12 ਸਾਲ ਤੋਂ ਉੱਤੇ ਬੱਚੇ ਜਿਹੜੇ ਹੈਗੇ ਨੇ, ਟੀਨ ਹੈਗੇ ਨੇ, ਉਹਨਾਂ ਦੇ ਲਈ ਵੀ ਫਾਈਜ਼ਰ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਕੈਨੇਡਾ ਪਹਿਲਾ ਦੇਸ਼ ਬਣ ਗਿਆ ਜਿਨ੍ਹਾਂ ਨੇ ਇਹ ਮਨਜ਼ੂਰੀ ਦਿੱਤੀ ਹੈ। ਸੋ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ 12 ਸਾਲ ਤੋਂ ਉੱਤੇ ਲੋਕਾਂ ਦਾ ਵੀ ਟੀਕਾਕਰਨ ਹੋਊਗਾ? ਤੇ ਨਾਲ ਫਾਈਜ਼ਰ ਨੇ ਇਹ ਵੀ ਕਹਿ ਦਿੱਤਾ ਕਿ 2 ਤੋਂ 11 ਸਾਲ ਦੇ ਬੱਚੇ ਲਈ ਵੀ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ, ਜੋ ਵੀ ਟ੍ਰਾਇਲ ਹੈਗੇ ਆ, ਟ੍ਰਾਇਲ ਚੱਲ ਰਹੇ ਨੇ, ਤੇ ਉਸ ਤੋਂ ਬਾਅਦ ਸ਼ਾਇਦ ਸੈਪਟੈਂਬਰ ਤੱਕ ਅਸੀਂ 2 ਤੋਂ 11 ਸਾਲ ਦੇ ਬੱਚਿਆਂ ਦੇ ਲਈ ਵੀ ਟੀਕਾ ਮਾਰਕੀਟ ਦੇ ਵਿੱਚ ਲੈ ਆਈਏ। ਬਹੁਤ ਅੱਛੀ ਗੱਲ ਹੈਗੀ ਆ। ਅਸੀਂ ਪਹਿਲੇ ਦੇਸ਼ ਬਣੇ ਆ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਨੇ 12 ਸਾਲ ਤੋਂ ਉੱਤੇ ਵੀ ਮਨਜ਼ੂਰੀ ਦੇ ਦਿੱਤੀ ਹੈਲਥ ਕੈਨੇਡਾ ਨੇ,
ਔਰ ਵੱਖ-ਵੱਖ ਪ੍ਰੋਵਿੰਸ ਜਿਹੜੇ ਬਹੁਤ ਛੇਤੀ ਆਪਣਾ ਲੈ ਕੇ ਆਉਣਗੇ। ਇਹ ਜ਼ਰੂਰੀ ਇਸ ਲਈ ਹੈਗੇ ਆ ਕਿ ਬੱਚਿਆਂ 'ਚ ਵੀ ਕੋਵਿਡ ਹੋ ਰਿਹਾ, ਜੀ ਕਿਉਂਕਿ ਪਹਿਲੇ ਵੇਵ 'ਚ ਅਗਰ ਆਪਾਂ ਦੇਖੀਏ ਤੇ ਸਿਰਫ 10% ਬੱਚਿਆਂ ਨੂੰ ਹੁੰਦਾ ਸੀ, 97% ਐਡਮਿਟ ਨੂੰ ਹੁੰਦਾ ਸੀ। ਆ ਜਿਹੜੇ ਸੈਕਿੰਡ ਔਰ ਥਰਡ ਵੇਵ ਵਿੱਚ ਕਰੀਬਨ 15% ਬੱਚਿਆਂ 'ਚ, ਔਰ ਇੱਕ 13 ਸਾਲ ਦੀ ਗੁੱਡੀ ਦੀ ਮੌਤ ਵੀ ਹੋ ਗਈ ਸੀ ਓਨਟਾਰੀਓ 'ਚ। ਕਾਫੀ ਬੱਚੇ ਹਸਪੀਟਲ ਦੇ ਵਿੱਚ ਜਿਹੜੇ ਟੀਨਸ ਹੈਗੇ ਆ, ਉਹ ਆਈਸੀਯੂ 'ਚ ਵੀ ਦਾਖਲ ਹੋ ਕੇ ਆਏ ਆ। तो इसलिए ਅਸੀਂ ਇਹ ਐਕਸਟਰਾਆਰਡੀਨਰੀ ਸਟੈਪ ਲਿੱਤਾ ਔਰ ਇਹ ਰਿਸਰਚ ਬੇਸਡ ਹੈ। ਫਿਰ ਮੈਂ ਕਹਿੰਦਾ ਜੀ 2260 ਜਿਹੜੇ ਬੱਚੇ ਆ 12 ਤੋਂ ਉਹਨਾਂ ਦੇ ਉੱਤੇ ਫਾਈਜ਼ਰ ਨੇ ਰਿਸਰਚ ਕੀਤਾ ਸੀ। ਅੱਧੇ ਜੀ ਗਰੁੱਪ ਨੂੰ ਫਾਈਜ਼ਰ ਦਿੱਤੀ, ਅੱਧੇ ਨੂੰ ਨਹੀਂ ਦਿੱਤੀ। ਡੋਜ਼ ਐਡਲਟ 0.3 ml ਜਿਹੜਾ ਆਪਾਂ ਲਾਉਣਾ ਔਰ 3 ਹਫ਼ਤੇ ਡੋਜ਼ ਮਿਲਿਆ। ਜਿਹੜੇ ਗਰੁੱਪ 'ਚ ਫਾਈਜ਼ਰ ਨਹੀਂ ਲਾਈ ਉੱਥੇ 18 ਕੇਸਿਸ ਕੋਵਿਡ, ਜਿਹੜੇ ਗਰੁੱਪ 'ਚ ਫਾਈਜ਼ਰ ਲੱਗੀ ਉੱਥੇ 0 ਕੇਸਿਸ। तो ਉਹਦੀ ਇਫੈਕਟਿਵ 100% ਕਹਿ ਰਹੇ, ਜਿਹਦਾ ਐਡਰਸ 5 ਆਈ ਸੀ ਉਹਦੇ ਵਿੱਚ 100 ਕਹਿ ਰਹੇ। ਫਾਈਜ਼ਰ ਹੋਰ ਰਿਸਰਚ ਕਰ ਰਿਹਾ ਜਿਹੜੀ 2 ਸਾਲ ਦੇ ਵਿੱਚ। ਉਸ ਤੋਂ ਪਹਿਲਾਂ ਮੋਡਰਨਾ 150 ਬੱਚਿਆਂ ਦੀ ਕੈਨੇਡਾ 'ਚ ਕਰਾਇਆ ਔਰ ਉਹ ਜੀ 6 ਮਹੀਨੇ ਚੱਲ ਰਿਹਾ। ਔਰ ਜਿਹੜੇ ਨਿੱਕੇ ਬੱਚੇ ਅੱਧਾ ਡੋਜ਼ ਦੀ ਕਰ ਰਿਹਾ ਤਾਂ ਕਿ ਉਹ ਜਿਹੜੀ ਇਫੈਕਟ ਉਹਦੇ ਨਾਲ ਕਿੰਨੀ ਐਂਟੀਬੋਡੀ ਬਣਦੀ ਆ ਉਹ ਤੇ ਆਵੇ। ਮੈਨੂੰ ਲੱਗਦਾ ਵੀ ਜ਼ਰੂਰੀ ਮਿਲ ਜਾਣੀ ਹੈ ਬਹੁਤ ਛੇਤੀ। ਹੁਣ ਜਿਹੜੇ ਫਾਈਜ਼ਰ ਕਿ ਮੋਡਰਨਾ ਨੂੰ ਮਿਲ ਜਾਊਗੀ 12 ਸਾਲ ਤੋਂ ਹੈਲਥ ਕੈਨੇਡਾ ਜਦੋਂ ਰਿਸਰਚ ਜਿਹੜੇ ਨਿੱਕੇ ਬੱਚੇ ਉਹਨਾਂ ਦਾ ਵੀ ਜਿਹੜਾ ਹੈ 6 ਮਿਲੀਅਨ ਬੱਚਾ ਜਿਹੜਾ ਹੈਗਾ ਉਹ 17 ਸਾਲ ਜੀ ਉਹ ਵੀ ਬਹੁਤ ਵੱਡਾ ਪੂਲ ਜਿਹੜਾ ਸਾਨੂੰ ਇਮਿਊਨਾਈਜ਼ ਕਰਨਾ ਤਾਂ ਕਿ ਅਸੀਂ ਹਰਡ ਇਮਿਊਨਿਟੀ ਅਚੀਵ ਕਰ ਸਕੀਏ। ਜੀ ਜਿੱਦਾਂ ਹੁਣ ਹਰਡ ਇਮਿਊਨਿਟੀ ਦੀ ਗੱਲ ਆ ਰਹੀ ਹੈ ਤੇ ਉਹਦੇ ਵਿੱਚ ਪਹਿਲਾਂ ਬੱਚਿਆਂ ਨੂੰ ਨਹੀਂ ਇਨਕਲੂਡ ਕੀਤਾ ਗਿਆ ਸੀ, ਹੁਣ ਬੱਚਿਆਂ ਨੂੰ ਇਨਕਲੂਡ ਕੀਤਾ ਜਾ ਰਿਹਾ। ਟ੍ਰਾਇਲ ਚੱਲ ਰਹੇ ਨੇ, ਜਿਵੇਂ ਤੁਸੀਂ ਦੱਸਿਆ ਕਿ 2260 ਬੱਚਿਆਂ ਨੂੰ ਟ੍ਰਾਇਲ ਦੇ ਵਿੱਚ ਲਿਆ ਗਿਆ। ਫੇਜ਼ 3 ਦੇ ਟ੍ਰਾਇਲ ਹੋਏ, ਉਸ ਤੋਂ ਬਾਅਦ 12 ਤੋਂ ਲੈ ਕੇ 16 ਸਾਲ ਦੇ ਬੱਚਿਆਂ ਨੂੰ ਮਨਜ਼ੂਰੀ ਦਿੱਤੀ ਗਈ, 12 ਤੋਂ 15 ਸਾਲ ਦੇ, ਹੁਣ 2 ਤੋਂ 11 ਸਾਲ ਦੇ ਬੱਚਿਆਂ ਦੀ ਗੱਲ ਹੋ ਰਹੀ ਹੈ। ਪ੍ਰੈਗਨੈਂਟ ਵੂਮਨਸ ਦੀ ਅਸੀਂ ਪਿਛਲੇ ਹਫਤੇ ਵੀ ਗੱਲ ਕੀਤੀ ਸੀ ਕਿ ਉਹਨਾਂ ਦੇ ਲਈ ਵੀ ਟ੍ਰਾਇਲ ਚੱਲ ਰਹੇ ਨੇ। ਡੇਟਾ ਦੇਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਦਾ ਡੇਟਾ ਕਿਸ ਤਰ੍ਹਾਂ ਕਿਹੜੀ ਪ੍ਰੋਵਿੰਸ ਦੇ ਵਿੱਚ ਆ ਰਿਹਾ। ਸਾਡੇ ਵੀ ਡਾਕਟਰ ਬੋਨੀ ਹੈਨਰੀ ਨੇ ਕਿਹਾ ਸੀ ਕਿ ਅਸੀਂ ਆਪਣੇ ਏਰੀਏ ਦੇ ਵਿੱਚ BC ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਡੇਟਾ ਕਿਸ ਤਰ੍ਹਾਂ ਆ ਰਿਹਾ, ਅੰਕੜੇ ਕਿਸ ਤਰ੍ਹਾਂ ਆ ਰਹੇ ਹੈਗੇ ਤੇ ਉਹਦੇ ਵਿੱਚ ਹੁਣ ਉਹਨਾਂ ਨੂੰ ਪ੍ਰਾਇੋਰਟੀ ਬੇਸ ਤੇ ਰੱਖ ਦਿੱਤਾ ਗਿਆ ਹੈ ਕਿ ਹੁਣ ਉਹ ਉਹਨਾਂ ਨੂੰ ਵੈਕਸੀਨ ਦਿੱਤੀ ਜਾਊਗੀ ਪ੍ਰਾਇੋਰਟੀ ਬੇਸ ਦੇ ਉੱਤੇ। ਬ੍ਰਿਟਿਸ਼ ਕੋਲੰਬੀਆ ਪਹਿਲਾ ਸੂਬਾ ਹੋਊਗਾ ਜਿੱਥੇ ਇਹ ਐਕਸਟਰਾਆਰਡੀਨਰੀ ਸਟੈਪ ਲਿੱਤਾ, ਜਿੱਥੇ ਗਰਭਵਤੀ ਔਰਤ ਹੈ ਉਹ ਰਜਿਸਟਰ ਕਰੂਗੀ ਤੇ ਉਹ ਪ੍ਰਾਇੋਰਟੀ ਬੇਸਡ ਟੀਕਾਕਰਨ ਕੀਤਾ ਜਾਵੇ। ਕਿਉਂਕਿ ਅਸੀਂ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਉਸ ਔਰਤ ਨੂੰ ਕੋਵਿਡ ਹੋ ਜਾਏ ਤਾਂ ਉਹਦੇ ਕੰਪਲਿਕੇਸ਼ਨਸ ਬਹੁਤ ਹੁੰਦੇ ਆ, ਹਸਪੀਟਲ ਜਾਣ ਦੇ ਚਾਂਸਸ ਬਹੁਤ ਵੱਧ ਜਾਂਦੇ ਆ, ਆਈਸੀਯੂ 'ਚ ਜਾਣ ਦੇ ਚਾਂਸਸ ਵੱਧ ਜਾਂਦੇ ਆ, ਕਿਉਂਕਿ ਉਹਦੇ 'ਚ ਜਿਹੜਾ ਇਮਿਊਨ ਸਿਸਟਮ ਥੋੜਾ ਲੋ ਹੁੰਦਾ। ਤਾਂ ਹੀ ਤੇ ਜਿਹੜਾ ਬੇਬੀ ਆ ਯੂਟਰਸ ਤੇ ਐਸਟੈਬਲਿਸ਼ ਹੁੰਦਾ ਇਮਿਊਨਿਟੀ ਘੱਟ ਹੋਵੇ। ਸੈਕੰਡਰੀ ਜਿਹੜਾ ਉਹ ਫੇਫੜਿਆਂ ਤੇ ਪ੍ਰੈਸ ਕਰਦੀ ਆ, ਇਸ ਲਈ ਉਹਨਾਂ ਦੀ ਲੰਗ ਕੈਪੈਸਿਟੀ ਥੋੜੀ ਲੋ ਹੁੰਦੀ ਹੈ। ਜੀ ਸੋ ਇਸ ਲਈ ਅਸੀਂ ਦੇਖਦੇ ਹਾਂ ਵੀ ਅਗਰ ਉਹਨਾਂ ਨੂੰ ਕੋਵਿਡ ਹੁੰਦਾ ਗਰਭਵਤੀ ਔਰਤਾਂ ਤੇ ਉਹਨਾਂ ਦੇ ਰਿਸਕ ਜ਼ਿਆਦਾ ਆ। ਔਰ ਜਿਹੜੀ ਰਿਸਰਚ ਦੂਜੇ ਕੰਟਰੀਆਂ ਤੋਂ ਵੀ ਆ ਰਹੀ ਹੈ ਉਹ ਸ਼ੋ ਕਰਦੀ ਹੈ ਸਾਈਡ ਇਫੈਕਟ ਨਹੀਂ ਹੁੰਦਾ, ਨਾ ਮਾਂ ਨੂੰ ਹੁੰਦਾ, ਨਾ ਜਿਹੜਾ ਬੱਚਾ ਉਹਦੀ ਕੁੱਖ 'ਚ ਪਣਪ ਰਿਹਾ ਉਹਨੂੰ ਹੁੰਦਾ। ਈਵਨ ਜਿਹੜੇ ਬ੍ਰੈਸਟ ਮਦਰਸ ਹੈਗੇ ਆ ਉਹ ਵੀ ਟੀਕਾ ਲਾ ਸਕਦੇ ਆ ਤੇ ਉਹਨਾਂ ਦੇ ਵੀ ਬੱਚਿਆਂ ਦੇ ਵਿੱਚ ਕੁਝ ਨਹੀਂ ਹੋਗਾ ਜਿਹੜਾ ਆਪਣੇ ਮਦਰ ਆਪਣਾ ਛਾਤੀ ਦੇ ਦੁੱਧ ਜੀ ਤੇ ਨਾਲ ਹੁਣ ਜਦੋਂ ਵੈਕਸੀਨ ਦੀ ਗੱਲ ਆਉਂਦੀ ਹੈ ਕਿ ਪਹਿਲੀ ਵੈਕਸੀਨ ਕਿਹਨੂੰ ਲੱਗੀ ਹੈ ਜਾਂ ਦੂਜੀ ਵੈਕਸੀਨ ਫੁੱਲੀ ਵੈਕਸੀਨੇਟ ਕਿਹੜੇ ਹੋ ਗਏ ਨੇ, ਕਿਉਂਕਿ ਹੁਣ ਕਹਿੰਦੇ ਕਿ ਜੇ ਡੋਜ਼ਸ ਜ਼ਿਆਦਾ ਆਉਣਗੀਆਂ ਤਾਂ ਉਹਦੇ ਨਾਲ ਉਹਦਾ ਪੀਰੀਅਡ ਜਿਹੜਾ ਹੈਗਾ 4 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ ਕਿ ਪਹਿਲੀ ਡੋਜ਼ ਤੇ ਦੂਜੀ ਡੋਜ਼ ਦੇ ਵਿਚਕਾਰ ਜਿਹੜਾ ਗੈਪ ਹੈਗਾ ਉਹ 4 ਮਹੀਨਿਆਂ ਦਾ ਹੋਣਾ ਚਾਹੀਦਾ। ਹੁਣ ਜਿਵੇਂ ਜਿਵੇਂ ਡੋਜ਼ਸ ਵਧਣ ਲੱਗ ਜਾਣਗੀਆਂ, ਸ਼ਿਪਮੈਂਟਸ ਆਉਣ ਲੱਗ ਜਾਣਗੀਆਂ, ਉਵੇਂ ਉਵੇਂ ਉਹ ਪੀਰੀਅਡ ਵੀ ਘਟਾ ਕੇ ਉਹ ਸਮਾਂ ਜਿਹੜਾ ਉਹ ਘਟਾ ਦਿੱਤਾ ਜਾਊਗਾ ਤੇ ਛੇਤੀ ਤੋਂ ਛੇਤੀ ਲੋਕਾਂ ਨੂੰ ਫੁੱਲੀ ਵੈਕਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਹੁਣ ਜਦੋਂ ਅਸੀਂ ਇੱਥੇ BC ਦੀ ਗੱਲ ਕਰਦੇ ਹਾਂ ਤਾਂ BC ਦੇ ਵਿੱਚ ਇੱਕ ਕੇਸ ਇਸ ਤਰ੍ਹਾਂ ਦਾ ਆਇਆ ਕਿ ਉਹਨਾਂ ਨੇ ਪਿਛਲੇ ਹਫਤੇ ਉਹਨਾਂ ਨੇ ਆਪ ਨੂੰ ਪਹਿਲਾ ਟੀਕਾ ਲਗਾਇਆ ਸੀ ਪਰ ਅਗਲੇ ਹਫਤੇ ਹੀ ਕੋਵਿਡ ਪੋਜ਼ਿਟਿਵ ਆ ਗਏ। ਫੁੱਲੀ ਵੈਕਸੀਨੇਟ ਹੋਣ ਤੋਂ ਬਾਅਦ ਵੀ ਕੋਈ ਕੋਵਿਡ ਪੋਜ਼ਿਟਿਵ ਹੋ ਸਕਦਾ? ਦੇਖੋ ਇਹ ਜਿਹੜਾ ਦੌਰ ਹੈਗਾ ਇਹਦੇ ਵਿੱਚ ਐਂਟੀਬੋਡੀਜ਼ ਜਦੋਂ ਪਹਿਲਾ ਟੀਕਾ ਲੱਗਦਾ, ਫਾਈਜ਼ਰ ਕਹਿੰਦੇ ਸੀ ਟ੍ਰਾਇਲ 'ਚ 55% ਐਂਟੀਬੋਡੀਜ਼ ਬਣਦੀਆਂ, ਦੂਜੇ ਟੀਕੇ ਦੇ ਬਾਅਦ 95 ਬਣਦੀਆਂ, ਲੇਕਿਨ ਹਕੀਕਤ 'ਚ ਵੀ 60 ਤੋਂ 70% ਬਣ ਜਾਂਦੀ ਪਹਿਲੇ ਟੀਕੇ ਦੇ ਨਾਲ। ਦੂਜੇ ਟੀਕੇ ਦੇ ਨਾਲ 90s ਦੇ ਲੱਗੇ ਆ, 95 ਦੇ ਲੱਗੇ ਨਹੀਂ ਹੈਗਾ ਬੱਚੇ। ਲੇਕਿਨ ਜਿਹੜੇ ਡਾਰਕ ਕਲਰ ਦੇ ਲੋਕ ਆ, ਜਿਹੜੇ ਬਰਾਊਨ ਕਲਰ ਦੇ ਲੋਕ ਆ, ਉਹਨਾਂ 'ਚ ਐਂਟੀਬੋਡੀਜ਼ ਜ਼ਿਆਦਾ ਬਣ ਰਹੀ ਹੈ। ਜਿਹੜੇ ਦੂਜੇ ਰੰਗ ਦੇ ਲੋਕ ਆ ਉਹਨਾਂ 'ਚ ਥੋੜੀ ਜਿਹੀ ਘੱਟ ਬਣਦੀ। ਜੀ ਜਿਨ੍ਹਾਂ ਦਾ ਮੂਡ ਖੁਸ਼ਨੁਮਾ, ਜਿਨ੍ਹਾਂ ਦੀ ਸਿਹਤ ਚੰਗੀ ਆ, ਜਿਨ੍ਹਾਂ ਦੀ ਨੀਂਦ ਚੰਗੀ ਆ, ਜਿਹੜੇ ਹੱਸਦੇ ਖੇਡਦੇ ਰਹਿੰਦੇ ਉਹਨਾਂ ਦੇ ਵਿੱਚ ਐਂਟੀਬੋਡੀ ਜ਼ਿਆਦਾ ਬਣ ਰਹੀ ਹੈ। ਜਿਹੜਾ ਸੜੂ ਕਰੇ ਫਿਰਦੇ ਆ, ਦੁਖੀ ਆ, ਡਰਦੇ ਆ, ਉਹਨਾਂ 'ਚ ਐਂਟੀਬੋਡੀ ਬਣ ਰਹੀ ਹੈ। ਤਾਂ ਇਸ ਲਈ ਬੜੇ ਫੈਕਟਰ ਇਹਦੇ ਵਿੱਚ ਕਾਊਂਟ ਕਰ ਰਹੇ ਆ।
ਕੋਈ ਵੀ ਵੈਕਸੀਨ 100% ਐਂਟੀਬਾਡੀਜ਼ ਨਹੀਂ ਬਣਾ ਰਹੀ ਔਰ ਨਾ ਇਹੋ ਜਿਹੀ ਕੋਈ ਬਣੂਗੀ, ਫਿਰ ਵੀ ਰਿਸਕ ਰਹੂਗਾ। ਇਸ ਲਈ ਮੈਂ ਵੀਡੀਓ ਤੇ ਸੀ ਜਦ ਮੈਂ ਕਿਹਾ ਵੀ ਲੋਕਾਂ ਨੇ ਇੱਕ ਡੋਜ਼ ਲਾਇਆ, ਉਹ ਸਮਝੋ ਮਿਲਦੇ ਦੋ ਤੁਰੰਤ ਕਾਰ 'ਚ ਇਕੱਠੇ ਬੈਠੇ ਤੁਰੇ ਫਿਰਦੇ ਆ ਮਾਸਕ ਤੋਂ ਬਗੈਰ। ਉਹ ਸੋਚਦੇ ਵੀ ਇਹਨੂੰ ਵੀ ਲੱਗਾ ਮੈਨੂੰ ਵੀ ਲੱਗਾ ਤੇ ਹੋਣਾ, ਨਹੀਂ ਏਦਾਂ ਨਹੀਂ। ਇਵਨ 2 ਡੋਜ਼ ਤੋਂ ਬਾਅਦ ਕਿਸੇ ਨੂੰ ਕੋਵਿਡ ਹੋ ਸਕਦਾ ਵੀ ਤੁਹਾਨੂੰ ਲੈਣਾ ਪਏ, ਲੇਕਿਨ ਫਿਰ ਵੀ ਹੋ ਸਕਦਾ। ਇਸ ਲਈ ਸਾਨੂੰ ਮਾਸਕ ਲਾਉਣਾ ਚਾਹੀਦਾ, ਨਹੀਂ ਮਿਲਣਾ ਜੁਲਣਾ ਚਾਹੀਦਾ। ਅਗਰ ਆਪਾਂ ਟਰੈਵਲਿੰਗ ਕਰ ਰਹੇ ਹਾਂ ਪਲੀਜ਼ ਮਾਸਕ ਲਾਓ, ਫਿਰ ਡਿਸਟੈਂਸ ਰੱਖੋ ਔਰ ਪਬਲਿਕ ਹੈਲਥ ਦੀ ਗਾਈਡਲਾਈਨਸ ਫੋਲੋ ਕਰੋ। ਜੀ ਡਾਕਟਰ ਸਾਹਿਬ, ਜਿੱਦਾਂ ਹੁਣ ਅਸੀਂ ਕਿਹਾ ਕਿ ਗਾਈਡਲਾਈਨਸ ਫੋਲੋ ਕਰਨੀਆਂ ਪੈਣੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਗਾਈਡਲਾਈਨ ਸਾਨੂੰ ਲੱਗਦਾ ਫੋਲੋ ਕਰਨੀਆਂ ਹੀ ਪੈਣੀਆਂ। ਇਹ ਸਾਡੀ ਜ਼ਿੰਦਗੀ ਦਾ ਇੱਕ ਪਾਰਟ ਬਣ ਜਾਣਾ ਆ ਕਿ ਅਸੀਂ ਮਾਸਕ ਲਗਾਉਣਾ ਆ ਜੇ ਅਸੀਂ ਕਿਸੇ ਅਣਜਾਣ ਭੀੜ ਦੇ ਵਿੱਚ ਹੈਗੇ ਆ ਜਾਂ ਜ਼ਿਆਦਾ ਭੀੜ ਹੈਗੀ ਆ ਜਾਂ ਅਸੀਂ ਕਿਸੇ ਨੂੰ ਨਹੀਂ ਜਾਣਦੇ ਜਾਂ ਅਸੀਂ ਜਿਹੜੇ ਸਾਡੇ ਆਪਣੇ ਪਰਿਵਾਰ ਆ ਉਹਨਾਂ ਦੇ ਵਿੱਚ ਅਸੀਂ ਸੋਸ਼ਲ ਡਿਸਟੈਂਸ ਘੱਟ ਕਰ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਪਰ ਜਦੋਂ ਅਸੀਂ ਕਿਤੇ ਬਾਹਰ ਜਾਣਾ ਆ ਜਾਂ ਟਰੈਵਲ ਕਰਨਾ ਆ ਉਹਦੇ ਲਈ ਸਾਨੂੰ ਜਿਹੜਾ ਇਦਾਂ ਦੀਆਂ ਗਾਈਡਲਾਈਨਸ ਹੋਰ ਸਾਨੂੰ ਆ ਸਕਦੀਆਂ ਨੇ। ਵੈਕਸੀਨ ਪਾਸਪੋਰਟ, ਟਰੈਵਲ ਪਾਸਪੋਰਟ ਦੀ ਵੀ ਗੱਲ ਕੀਤੀ ਜਾ ਰਹੀ ਹੈ ਤੇ ਕੈਨੇਡਾ ਵੀ ਹੁਣ ਕਹਿ ਰਿਹਾ ਕਿ ਸ਼ਾਇਦ ਕੁਝ ਨਾ ਕੁਝ ਅਸੀਂ ਅਜਿਹਾ ਦੇਵਾਂਗੇ ਕਿ ਜਿਹਦੇ ਨਾਲ ਲੋਕ ਇੰਟਰਨੈਸ਼ਨਲ ਟਰੈਵਲ ਕਰ ਸਕਦੇ ਆ। ਵੈਕਸੀਨ ਪਾਸਪੋਰਟ ਨੂੰ ਲੈ ਕੇ ਕੀ ਕਹੋਗੇ? G7 ਕੰਟਰੀਜ਼ ਤੇ ਜਿੱਥੇ ਕੈਨੇਡਾ ਸ਼ਮੂਲੀਅਤ ਕਰਦਾ ਇਹ ਸਾਰਿਆਂ ਨੇ ਮੀਟਿੰਗ ਕੀਤੀ ਹੈ ਔਰ ਸਾਰਿਆਂ ਦੇ ਵਿੱਚ ਵੈਕਸੀਨੇਸ਼ਨ ਪ੍ਰੋਗਰਾਮ ਐਂਡ ਆਫ ਸਮਰ ਲਗਭਗ ਗੁੱਡ ਹੋ ਜਾਣਾ ਹੈ ਨਾ। 100% ਨਹੀਂ ਹੋਗਾ, ਲਗਭਗ ਗੁੱਡ ਹੋ ਜਾਣਾ। ਕਾਫੀ ਲੋਕਾਂ ਨੂੰ 2-2 ਡੋਜ਼ ਮਿਲ ਜਾਣੇ। ਸੋ ਮੇ ਬੀ ਇਹ ਕੰਟਰੀਆਂ ਦੇ ਵਿੱਚ ਟਰੈਵਲਿੰਗ ਸ਼ੁਰੂ ਹੋਊਗਾ, ਲੇਕਿਨ ਉਹਦੇ ਲਈ ਇਹ ਹੋਊਗਾ ਵੀ ਵੈਲਿਡ 2 ਡੋਜ਼ ਤੁਹਾਨੂੰ ਲੱਗੇ ਕਿ ਨਹੀਂ ਲੱਗੇ, ਉਹ ਬਹੁਤ ਇੰਪੋਰਟੈਂਟ ਹੋਊਗਾ। ਅਮਰੀਕਾ ਦੇ ਵਿੱਚ 2/3 ਕੰਟਰੀ ਨੂੰ 1 ਡੋਜ਼ ਲੱਗ ਚੁੱਕਿਆ। ਇਹ ਆਲਮੋਸਟ 35-40% ਉੱਥੇ ਅਮਰੀਕਾ ਨੂੰ 2 ਡੋਜ਼ਸ ਲੱਗ ਚੁੱਕੇ ਆ। ਉਹ ਸਾਡੇ ਤੋਂ ਅਗਾਂਹ ਲੱਗੇ ਆ ਆਪਣੇ ਜਿਹੜੇ ਰੋਲ ਆਊਟ ਪਲਾਨ ਉਹਨਾਂ ਦੇ ਚੱਲ। ਲੇਕਿਨ ਬਹੁਤ ਸਾਰੀ ਕੰਟਰੀ ਦੇ ਜਿੱਥੇ ਚੱਲ ਰਹੇ ਔਰ ਇਹਦੇ ਵਿੱਚ ਪ੍ਰਧਾਨ ਮਾਨਯੋਗ ਆਨਰੇਬਲ ਦੋਨੋਂ ਵੀ ਕਿਹਾ ਵੀ ਵੈਕਸੀਨ ਪਾਸਪੋਰਟ ਜਾਂ ਗ੍ਰੀਨ ਜ਼ੋਨ ਟਰੈਵਲਿੰਗ ਵੀ ਕਰਾਂਗੇ। ਹੁਣ ਇਸ ਵੇਲੇ ਦੇਖੋ ਹਿੰਦੁਸਤਾਨ ਦੇ ਵਿੱਚ ਪ੍ਰੋਬਲਮ ਬਹੁਤ ਚੱਲ ਰਹੀ ਆ ਉੱਥੇ, ਇਸ ਲਈ ਫਲਾਈਟਸ ਜਿਹੜੀਆਂ ਹੈ ਸਥਗਿਤ ਕੀਤੀਆਂ ਸੀ। ਆਸਟ੍ਰੇਲੀਆ ਨੇ ਤੇ 5 ਸਾਲ ਦੀ ਜੇਲ੍ਹ ਟਰਮ ਕੀਤੀ ਜੋ ਨਾਲੇ 60, ਕਿਉਂਕਿ IPL ਚੱਲ ਰਹੀ ਹੈ। ਮੈਂ ਕ੍ਰਿਕਟ ਨੂੰ ਫੋਲੋ ਕਰਦਾ, ਬੜੇ ਸਾਰੇ ਆਸਟ੍ਰੇਲੀਅਨ ਪਲੇਅਰ ਆ ਹੁਣ ਆਪਣੇ ਦੇਸ਼ 'ਚ ਵਾਪਸ ਨਹੀਂ ਜਾ ਰਹੇ ਕਿਉਂਕਿ ਸਥਗਿਤ ਹੋ ਗਈ ਆ ਜੀ ਜਿਹੜੀ ਪ੍ਰੀਮੀਅਰ ਲੀਗ ਆ ਇੰਡੀਅਨ ਕ੍ਰਿਕਟ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਾਊਂਟ ਕਰਦੀਆਂ। ਟਰੈਵਲ ਅਸੀਂ ਕੁਝ ਸਿਲੈਕਟਡ ਏਰੀਆਜ਼ 'ਚ ਹੀ ਕਰ ਪਾਵਾਂਗੇ, ਸਾਰੀ ਜਗ੍ਹਾ 'ਚ ਨਹੀਂ ਕਰ ਪਾਵਾਂਗੇ। ਜਿੱਥੇ ਕੋਵਿਡ ਹੈਗਾ ਅਸੀਂ ਨਹੀਂ ਜਾ ਪਾਵਾਂਗੇ ਉਸ ਪਾਸੇ, ਔਰ ਸਾਨੂੰ ਨਹੀਂ ਚਾਹੀਦਾ ਕਿਉਂਕਿ ਸਾਡਾ ਰਿਸਕ ਵੱਧ ਜਾਊਗਾ। ਬਿਲਕੁਲ, ਰਿਸਕ ਵਧਣ ਦੀ ਤੁਸੀਂ ਗੱਲ ਕੀਤੀ ਹੈ ਤੇ G7 ਕੰਟਰੀਜ਼ ਦੀ ਗੱਲ ਕੀਤੀ ਹੈ ਤਾਂ ਇੰਡੀਆ ਤੋਂ ਜਿਹੜੇ ਡੈਲੀਗੇਟਸ ਆਏ ਨੇ ਬ੍ਰਿਟੇਨ ਦੇ ਵਿੱਚ ਗਏ ਨੇ ਉੱਥੇ ਵੀ ਕੋਵਿਡ ਪਾਇਆ ਗਿਆ ਤੇ ਸਾਰੀਆਂ ਵਰਚੁਅਲ ਮੀਟਿੰਗ ਕਰ ਦਿੱਤੀਆਂ ਗਈਆਂ ਨੇ। ਸੋ ਜਿਵੇਂ ਤੁਸੀਂ ਸਹੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸੇ ਸਿਲੈਕਟਿਵ ਕੰਟਰੀ ਦੇ ਵਿੱਚ ਕਿਸੇ ਸਿਲੈਕਟਿਵ ਜਗ੍ਹਾ ਦੇ ਉੱਤੇ ਹੀ ਟਰੈਵਲ ਕਰ ਪਾਵਾਂਗੇ। ਸੋ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣ ਵਾਲੀਆਂ ਨੇ ਆਉਣ ਵਾਲੇ ਸਾਲਾਂ ਦੇ ਵਿੱਚ, ਹੋਰ ਬਹੁਤ ਸਾਰੀਆਂ ਚੀਜ਼ਾਂ ਆਉਣ ਵਾਲੀਆਂ ਨੇ। ਪਰ ਅੱਜ ਦੇ ਲਈ ਕੀ ਮੈਸੇਜ ਆ ਤੁਹਾਡਾ? ਮੈਸੇਜ ਇਹ ਹੈਗਾ ਵੀ ਆਪਣੇ ਆਪ ਨੂੰ ਖੁਸ਼ ਰੱਖੋ, ਸੜੂ ਨਾ ਹੋਵੋ, ਵੈਕਸੀਨੇਸ਼ਨ ਜ਼ਰੂਰ ਲਾਓ, ਪਬਲਿਕ ਹੈਲਥ ਦੀ ਜਿਹੜੀ ਗਾਈਡਲਾਈਨਸ ਹੈ ਉਹ ਫੋਲੋ ਕਰੋ, ਨੀਂਦ 7 ਘੰਟੇ ਰੱਖੋ, ਖੇਤਾਂ 'ਚ ਖਾਣਾ ਉਗਦਾ ਉਹ ਖਾਓ, ਪ੍ਰੋਸੈਸਡ ਫੂਡ ਨਾ ਖਾਓ, ਬੋਡੀ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਨਾ ਪਾਓ, ਰੈਗੂਲਰ ਫਰੂਟ ਸਬਜ਼ੀਆਂ ਵੈਜੀਟੇਬਲ ਪ੍ਰੋਟੀਨ ਜ਼ਿਆਦਾ ਕਰੋ, ਪਾਣੀ ਪੀਓ ਤੇ ਪਰਮੇਸ਼ਵਰ ਦੀ ਆਰਾਧਨਾ ਕਰੋ। ਕਿਉਂਕਿ ਇਹਦੇ 'ਚ ਹੈਗੀ ਹੈ ਵੀ ਜਿਹੜੀ ਅਟੈਚਮੈਂਟ ਹੈਗੀ ਹੈ ਸਾਡੀ ਇੱਕ ਦੂਜੇ ਦੇ ਨਾਲ ਉਹ ਸਾਰੀ ਟੈਂਪਰੇਰੀ जग में देखी झूठी प्रीत, अपने हित को सब लागे क्या नारा क्या, सारे ਦੇ ਆਪਣੇ ਆਪਣੇ ਵੈਸਟਡ ਇੰਟਰਸਟ ਹੁੰਦੇ ਹਨ ਵੀ ਮੈਨੂੰ ਪੈਸਾ ਚਾਹੀਦਾ, ਘਰ ਚਾਹੀਦਾ, ਕਾਰ ਚਾਹੀਦੀ। ਉਹ ਜਗ में देखी झूठी, ਕਿਉਂਕਿ ਇਹ ਸਾਰੀ ਜਗਤ ਦੀ ਜਿਹੜੀ ਪ੍ਰੀਤ ਹੈ ਝੂਠੀ, ਲੇਕਿਨ ਅਸਲੀ ਪ੍ਰੀਤ ਤੇ ਹੈਗੀ ਪਰਮੇਸ਼ਰ ਦੇ ਨਾਲ ਜੀ। ਸਾਚੀ ਪ੍ਰੀਤ ਹਮ ਤੁਮ ਤੰਗ ਜੋੜੀ, ਤੁਮ ਸੰਗ ਜੋੜ ਅਮਰ ਤੋੜੀ। ਇਹਦਾ ਮਤਲਬ ਇਹ ਨਹੀਂ ਵੀ ਹੁਣ ਘਰ ਬਾਹਰ ਛੱਡ ਕੇ ਦੌੜ ਜਾਓ। ਇਹਦਾ ਮਤਲਬ ਇਹ ਹੁੰਦਾ ਜਲ ਮੇ ਜਲ ਕਮਲ ਨਿਰਾਲਾ, ਜਿਹਦਾ ਕਮਲ ਹੈ ਉਹਦੀ ਜਿਹੜੀ ਜੜ੍ਹਾਂ ਉਹ ਚਿੱਕੜ 'ਚ ਹੈ, ਗੰਦਗੀ 'ਚ, ਲੇਕਿਨ ਹਮੇਸ਼ਾ ਪਾਣੀ ਤੋਂ ਉੱਤੇ ਲੈਵੀਟੇਟ ਕਰਦਾ। ਜਿਉਂ ਜਲ ਕਮਲ ਨਿਰਾਲਾ ਮੁਰਗਾਈ ਨਿਕਾਲੇ, ਜਿਹੜੀ ਮੁਰਗਾਈ ਆ ਪਾਣੀ 'ਚ ਫਿਸ਼ ਕੈਚ ਕੀਤੀ, ਬਾਹਰ ਚਲ ਗਈ, ਉਹਦੇ ਅੰਬਾਂ ਨੂੰ ਵੀ ਪਾਣੀ ਨਹੀਂ ਚੁੱਕ तो कुछ कर जित महल ना लागे, हर कीर्तन में एह मन जागे। तो हरि दे कीर्तन ਵਿੱਚ ਮਨ ਨੇ ਜਾਗੇ ਹੋਣਾ। तो ਆਪਣਾ ਆਰਾਧਨਾ ਕਰੀਏ, ਸਾਡੇ ਅੱਛੇ ਦਿਨ ਆ ਰਹੇ। ਸੂਰਜ ਜਿਹੜਾ ਦੇ ਨਾਲ ਸਾਡਾ ਕੋਵਿਡ ਦਾ ਜਿਹੜਾ ਖਾਤਮਾ ਡੈਫੀਨੇਟਲੀ ਹੋਣਾ। ਆਉਣ ਵਾਲੇ 3-4 ਮਹੀਨੇ 'ਚ ਬਹੁਤ ਅੱਛੀ ਖਬਰਾਂ ਔਰ ਅਸੀਂ ਫਿਰ ਆਪਣੇ ਦਰਸ਼ਨ ਕਰਾਂਗੇ। ਅਰਸ਼ ਜੀ ਤੁਸੀਂ ਬਹੁਤ ਸੇਵਾ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ, ਥੈਂਕ ਯੂ ਜੀ। ਸੋ ਡਾਕਟਰ ਪੁਰਜੀ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਹਮੇਸ਼ਾ ਸਾਨੂੰ ਇਨਫੋਰਮੇਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਸਾਨੂੰ ਪੋਜ਼ਿਟਿਵ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਪੋਜ਼ਿਟਿਵ ਕਿਸ ਤਰ੍ਹਾਂ ਰਹਿਣਾ ਆ, ਕਿਉਂਕਿ ਇਹ ਸਭ ਕੁਝ ਜੋ ਹੋ ਰਿਹਾ ਬਹੁਤ ਹੋ ਗਿਆ। ਅਸੀਂ ਕਹਿੰਦੇ ਆ ਕਿ ਪਿਛਲੇ ਸਾਲ ਦੇ ਅਸੀਂ ਸੋਚਦੇ ਸੀ ਕਿ ਕਦੋਂ ਨਿਊ ਨਾਰਮਲ ਆਊਗਾ, ਪਰ ਨਿਊ ਨਾਰਮਲ ਤੋਂ ਬਾਅਦ ਨਾਰਮਲ 'ਚ ਕਦੋਂ ਜਾਵਾਂਗੇ, ਇਹ ਸਭ ਕੁਝ ਦੇਖਦੇ ਹੋਏ ਹੋਰ ਵੀ ਰਿਸਟ੍ਰਿਕਸ਼ਨਸ ਵੱਧ ਰਹੀਆਂ ਨੇ। ਅਲਬਰਟਾ 'ਚ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ, BC ਦੇ ਵਿੱਚ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ, ਹਰ ਪਾਸੇ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ, ਪਰ ਇਸ ਵਿਚਾਲੇ ਸਾਨੂੰ ਸੱਚਮੁੱਚ ਪੋਜ਼ਿਟਿਵ ਰਹਿਣ ਦੀ ਲੋੜ ਹੈ, ਕਿਉਂਕਿ ਜਿਵੇਂ ਡਾਕਟਰ ਪੁਰਜੀ ਨੇ ਕਿਹਾ ਕਿ ਅੱਛੇ ਦਿਨ ਆਉਣ ਵਾਲੇ ਆ। ਅੱਛੇ ਦਿਨ ਉਦੋਂ ਆਉਣਗੇ ਜਦੋਂ ਸਾਰਿਆਂ ਨੂੰ ਵੈਕਸੀਨੇਸ਼ਨ ਲੱਗ ਜਾਏਗੀ। ਵੈਕਸੀਨੇਸ਼ਨ ਦੇ ਲਈ ਤੁਹਾਨੂੰ ਕੀ ਕਰਨਾ ਹੈ? ਕੁਛ ਨਹੀਂ ਕਰਨਾ, ਸਿੰਪਲ 3 ਈਜ਼ੀ ਸਟੈਪ ਹੈਗੇ ਨੇ। ਆਪਣੇ ਆਪ ਨੂੰ ਰਜਿਸਟਰ ਕਰਨਾ, ਫਿਰ ਤੁਹਾਨੂੰ ਇੱਕ ਮੈਸੇਜ ਆਊਗਾ, ਉਸ ਤੋਂ ਬਾਅਦ ਤੁਸੀਂ ਅਪਾਇੰਟਮੈਂਟ ਬੁੱਕ ਕਰਾਉਣੀ ਹੈ ਤੇ ਫਿਰ ਵੈਕਸੀਨੇਸ਼ਨ ਦੇ ਲਈ ਜਾਣਾ ਤੇ ਫਿਰ ਤੁਹਾਨੂੰ ਇਹ ਵੈਕਸੀਨੇਸ਼ਨ ਲੱਗ ਜਾਏਗੀ ਤੇ ਉਸ ਤੋਂ ਬਾਅਦ ਦੂਜੀ ਡੋਜ਼ ਜਿਹੜੀ ਆ ਉਹ ਤੁਹਾਨੂੰ ਦੂਜੀ ਡੋਜ਼ ਦੇ ਲਈ ਬੁਲਾਇਆ ਜਾਵੇਗਾ। ਸੋ ਇਹ ਸਾਰੇ ਪ੍ਰੋਸੈਸ ਨੂੰ ਤੁਸੀਂ ਫੋਲੋ ਕਰਨਾ ਤੇ ਨਾਲ ਇਹ ਵੀ ਫੋਲੋ ਕਰਨਾ ਕਿ ਅਸੀਂ ਮਾਸਕ ਪਾ ਕੇ ਰੱਖੀਏ, ਸਮਾਜਿਕ ਦੂਰੀ ਬਣਾ ਕੇ ਰੱਖੀਏ ਤੇ ਨਾਲ ਅਸੀਂ ਇਸੇ ਤਰ੍ਹਾਂ ਦੇਖਦੇ ਰਹੀਏ ਸਾਂਝਾ TV ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।